असली मालक तो नहीं था फैक्ट्री का फड़िया गया ना ही फड़िया जाना है क्योंकि ये सब कुछ सरकार कांग्रेस का सरपंच है तो कांग्रेस की सरकार है MLA का भी हक विच होना ये सब मिली भुगतना चलता है। देखो तुसीं एक रंजीत बाबे का पहला गाना सुनिया सी ना सरकारां ही वकाउंदियां ने चिट्टा ताईं तां शरेआम विकदा सरकारां ही करदियां ने जी ये सब कुछ जी। शराब की फैक्ट्री जी लगी फड़ी गई आ वो कोई आम पब्लिक का बंदा तो ला नहीं सकता जो आम बेचारा दिहाड़ीदार मजदूर है ना या कह लो मीडियम मिडिल क्लास के लोग ने उन्होंने चो नहीं किसी ने लाई होनी किसी तकड़े बंदे ने लाई होनी। जी तुसीं साफ कहना चाहते हो कि पंजाब सरकार के नाल यानी कि जिहड़े अफसर ने वो भी शामिल ने तां ही नहीं फड़े जा रहे आरोपी। बिल्कुल बिल्कुल जी मिल जांदे ने जी सारा मिलिया भुगतान वाले हुंदा सब कुछ जो हुंदा सब। तुसीं ये भी कहना चाहते हो भी तुहानूं जिहड़ी अपना पंजाब सरकार है वो तुहानूं भी मरवा सकदी है। देखो मरवा ही सकती है जी किसी ने भी मरवा इन्हां दा तां गुंडा राज है जी ये मैं तां शरेआम कह रही हां भी इन्हां दा गुंडा राज आ जी। जसलीन जी तुसीं सिद्धा कैप्टन अमरिंदर सिंह जो कि मुख्य मंत्री ने उन्हां दा नाम ले रहे हो वो किद्दां शराब वगाणगे। देखो रोज रोज बंदे फड़े जाते हैं परचे होंगे ने पर की इन्हां परचियां दा कोई ठोस सबूत हुण तक निकलिया। ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਆ ਜੀ ਜਸਲੀਨ ਪਟਿਆਲਾ ਜੋ ਕਿ ਪਹਿਲਾਂ ਵੀ ਕਈ ਅਹਿਮ ਮੁੱਦਿਆਂ ਦੇ ਆਪਣੇ ਵਿਚਾਰ ਰੱਖ ਚੁੱਕੇ ਨੇ ਅਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਅੱਜ ਰਾਜਪੁਰਾ ਤੇ ਅੰਬਾਲਾ ਰੋਡ ਤੇ ਯਾਨੀ ਕਿ ਇੱਕ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ ਤੇ ਸ਼ਰਾਬ ਦੀ ਫੈਕਟਰੀ ਦੇ ਵਿੱਚ ਹੈਰਾਨਗੀ ਵਾਲੀ ਗੱਲ ਹੈ ਕਿ ਵੱਡੀਆਂ ਵੱਡੀਆਂ ਪਾਣੀ ਦੀਆਂ ਟੈਂਕੀਆਂ ਇੱਕ ਮਸ਼ੀਨ ਜਿਸ ਦੇ ਵਿੱਚ ਕਿ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ ਸਪੈਸ਼ਲ ਇਹ ਮਸ਼ੀਨ ਜਿਹੜੀ ਨਵੀਂ ਟੈਕਨੋਲੋਜੀ ਲਗਾਈ ਗਈ ਹੈ ਅਤੇ ਉੱਥੇ ਵੱਖ-ਵੱਖ ਕੰਪਨੀਆਂ ਦੇ ਬੋਤਲਾਂ ਦੇ ਹੋਲੋਗ੍ਰਾਮ ਪਏ ਨੇ। ਅਤੇ ਇਸੇ ਅਹਿਮ ਮੁੱਦੇ ਤੇ ਅੱਜ ਯਾਨੀ ਕਿ ਗੱਲਬਾਤ ਕਰਾਂਗੇ ਜਸਲੀਨ ਜੀ ਨਾਲ ਵੀ ਇਹ ਜਿਹੜੀ ਸ਼ਰਾਬ ਦੀ ਵਿਕਰੀ ਹੈ ਨਜਾਇਜ਼ ਸ਼ਰਾਬ ਬਣ ਰਹੀ ਹੈ ਕਿਉਂ ਨਹੀਂ ਰੁਕ ਰਹੀ ਜਦ ਕਿ ਲੋਕਡਾਊਨ ਦੇ ਕਰਫਿਊ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਤੇ ਅੱਜ ਇਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਆ ਜਸਲੀਨ ਪਟਿਆਲਾ ਜੀ। ਜੀ ਜਸਲੀਨ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸਾਡੇ ਚੈਨਲ 'ਚ। ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ। ਜਸਲੀਨ ਜੀ ਸਭ ਤੋਂ ਪਹਿਲਾ ਸਵਾਲ ਲੋਕਡਾਊਨ ਨੂੰ 2 ਮਹੀਨੇ ਹੋ ਚੱਲੇ ਕਰਫਿਊ ਲੱਗਾ ਹੋਇਆ ਥਾਂ ਥਾਂ ਤੇ ਨਾਕੇ ਲੱਗੇ ਹੋਏ ਨੇ ਫਿਰ ਵੀ ਸ਼ਰਾਬ ਤਸਕਰ ਜਿਹੜੀ ਨਜਾਇਜ਼ ਸ਼ਰਾਬ ਉਹ ਕਹਿ ਸਕਦੇ ਹਾਂ ਉਹ ਬੰਦ ਨਹੀਂ ਹੋਈ ਤੇ ਜੇ ਕਿਤੇ ਬੰਦ ਵੀ ਹੋਈ ਤਾਂ ਪੁਲਿਸ ਵੱਲੋਂ ਐਕਸ਼ਨ ਨਹੀਂ ਲਿੱਤਾ ਗਿਆ ਤੇ ਇਸ ਦੇ ਚਲਦੇ ਹੀ ਮੈਂ ਤੁਹਾਨੂੰ ਦੱਸਦਾ ਵੀ ਅੱਜ ਰਾਜਪੁਰਾ ਦੇ ਵਿੱਚ ਇੱਕ ਕੋਲਡ ਸਟੋਰ ਪਹਿਲਾਂ ਸੀਗਾ ਯਾਨੀ ਫੈਕਟਰੀ ਸੀਗੀ ਤੇ ਅੱਜ ਉਹ ਯਾਨੀ ਉੱਥੋਂ ਕੇ ਸ਼ਰਾਬ ਦੀਆਂ ਯਾਨੀ ਪੇਟੀਆਂ ਕਹਿ ਲਓ ਅਣਗਿਣਤ ਫੜੀਆਂ ਗਈਆਂ ਨੇ। ਇੱਥੋਂ ਤੱਕ ਹੈਰਾਨਗੀ ਤਾਂ ਇਹ ਹੁੰਦੀ ਹੈ ਕਿ ਉੱਥੇ ਇੱਕ ਮਸ਼ੀਨ ਲਗਾਈ ਗਈ ਹੈ ਫੈਕਟਰੀ ਦੇ ਅੰਦਰ ਜਿਸ ਦੇ ਵਿੱਚੋਂ ਸ਼ਰਾਬ ਤਿਆਰ ਹੋ ਰਹੀ ਹੈ ਔਰ ਸਟੋਰ ਕਰਨ ਦੇ ਲਈ ਉੱਥੇ ਟੈਂਕੀਆਂ ਪਈਆਂ ਜਿਹੜੀਆਂ ਟੈਂਕੀਆਂ ਆਪਾਂ ਘਰਾਂ ਯੂਜ਼ ਕਰਦੇ ਹਾਂ 1000 500 ਲੀਟਰ ਦੀਆਂ। ਤੇ ਸਭ ਤੋਂ ਵੱਡੀ ਗੱਲ ਇੱਕ ਪ੍ਰਵਾਸੀ ਮਜ਼ਦੂਰ ਪੁਲਿਸ ਦੇ ਡਿੱਕੇ ਕੀ ਕਹਿਣਾ ਚਾਹੋਗੇ ਇਸ ਤੇ। ਦੇਖੋ ਜਿਹੜੀ ਨਜਾਇਜ਼ ਸ਼ਰਾਬ ਦੀ ਫੈਕਟਰੀ ਲੱਗੀ ਹੈ ਜੀ ਇਹ ਅੱਜ ਤਾਂ ਲੱਗੀ ਨਹੀਂ ਨਾ ਕੱਲ ਲੱਗੀ ਦੀ ਨਾ ਇਹ ਪਰਸੋਂ ਲੱਗੀ ਦੀ ਇਹ ਫੈਕਟਰੀ ਨੂੰ ਪਹਿਲਾਂ ਤਾਂ ਲਾਉਣ ਲਈ ਵੀ ਟਾਈਮ ਲੱਗਿਆ ਹੋਣਾ ਜੀ ਕੁਛ ਸਮਾਂ ਲੱਗਦਾ ਇਹਨੂੰ ਲਾਉਣ ਲਈ ਫੈਕਟਰੀ ਨੂੰ ਤੇ ਫਿਰ ਉਸ ਤੋਂ ਬਾਅਦ ਇਹ ਹੁਣ ਲੋਕਡਾਊਨ ਚੱਲ ਰਿਹਾ ਲੋਕਡਾਊਨ ਨੂੰ ਵੀ ਤਕਰੀਬਨ ਆਲਮੋਸਟ 2 ਮਹੀਨੇ ਕੰਪਲੀਟ ਹੋਣ ਵਾਲੇ ਨੇ ਜੀ 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 ਤੇ ਲੋਕਡਾਊਨ ਦੇ ਦਿਨਾਂ ਦੇ ਵਿੱਚ ਸਰਕਾਰ ਕਰੀ ਕਿ ਠੇਕੇ ਬੰਦ ਨੇ ਪਰ ਉੱਥੇ ਸ਼ਰਾਬ ਦੀ ਫੈਕਟਰੀ ਲੱਗੀ ਹੋਈ ਹੈ ਜੀ ਪਰ ਠੇਕੇ ਤਾਂ ਕੱਲ ਖੋਲ ਦਿੱਤੇ ਗਏ ਨਹੀਂ ਠੇਕੇ ਤਾਂ ਕੱਲ ਖੋਲੇ ਗਏ ਨਾ ਉਹ ਤੋਂ ਪਹਿਲਾਂ ਤਾਂ ਲਾਕਡਾਊਨ ਚੱਲ ਰਿਹਾ ਸੀ ਜਿਸ ਕਾਰਨ ਸ਼ਰਾਬ ਆ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਸ਼ਰਾਬ ਦੀ ਵਿਕਰੀ ਤੇ ਰੋਕ ਲਾਈ ਸੀ ਸਰਕਾਰ ਵੱਲੋਂ ਪਰ ਉੱਥੇ ਫੈਕਟਰੀ ਦੇ ਵਿੱਚ ਸ਼ਰਾਬ ਬਣ ਰਹੀ ਸੀ ਤਾਂ ਵਿਕ ਵੀ ਰਹੀ ਹੋਣੀ ਜੀ ਤਾਂ ਭੇਜੀ ਵੀ ਜਾ ਰਹੀ ਹੋਣੀ ਓਬਵੀਅਸਲੀ ਗੱਲ ਆ। ਦੇਖੋ ਹੁਣ ਉਹਨਾਂ ਨੇ ਇੰਨੀ ਡਰਿੰਕ ਆ ਜਿਹੜੀ ਸ਼ਰਾਬ ਆ ਉਹ ਸੇਵ ਕਰਕੇ ਤਾਂ ਰੱਖੀ ਨਹੀਂ ਹੋਣੀ ਉਹ ਤਾਂ ਜਿਹੜੀ ਹੁਣ 2-4 ਦਿਨ ਦੀ ਜਿਹੜੀ ਬਣੀ ਆ ਉਹ ਸ਼ਰਾਬ ਉਹਨਾਂ ਨੇ ਮਤਲਬ ਆਪਣੀ ਪੁਲਿਸ ਨੇ ਫੜ ਲਈ ਜੀ ਜੀ ਤੇ ਜਿਹੜੀ ਮਤਲਬ ਕਿ ਪਹਿਲਾਂ ਸਾਰੀ ਸੇਲ ਕਰ ਰਹੇ ਸੀ ਨਾ ਜੀ ਤਾਂ ਇਹਦੇ ਵਿੱਚ ਸਰਕਾਰਾਂ ਹੀ ਜੀ ਮੇਨ ਨੇ ਜੀ। ਜਸਲੀਨ ਜੀ ਇਸ ਮਾਮਲੇ 'ਚ ਇੱਕ ਨਵੀਂ ਗੱਲ ਇਹ ਦੇਖਣ ਨੂੰ ਮਿਲੀ ਵੀ ਇਸ ਦੇ ਵਿੱਚ ਇੱਕ ਕਾਂਗਰਸੀ ਸਰਪੰਚ ਹੈ ਅਮਰੀਕ ਸਿੰਘ ਜੋ ਕਿ ਖਾਨਪੁਰ ਦਾ ਸਰਪੰਚ ਮੌਜੂਦਾ ਹੈ ਅਤੇ ਮੈਂ ਤੁਹਾਨੂੰ ਇੱਕ ਅਹਿਮ ਗੱਲ ਦੱਸਦਾ ਵੀ ਇਸ ਦੇ ਵਿੱਚ ਜਿਹੜੀ ਉਸਦੀ ਪਤਨੀ ਹੈ ਹਾਲਾਂਕਿ ਇਸ ਦੇ ਵਿੱਚ ਉਹਦਾ ਰੋਲ ਨਹੀਂ ਹੈ ਪਤਨੀ ਦਾ ਪਰ ਉਹਦੀ ਪਤਨੀ ਦੀ ਜਿਹੜੀ ਡੈਜੀਗੇਸ਼ਨ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਹੈ ਅਤੇ ਸਭ ਤੋਂ ਵੱਡੀ ਇੱਕ ਹੋਰ ਗੱਲ ਵੀ ਦੀਪੇਸ਼ ਨਾਮ ਦਾ ਇੱਕ ਨੌਜਵਾਨ ਇਹਦੇ ਫੜਿਆ ਜਾਂਦਾ ਹੈ ਯਾਨੀ ਕਿ ਫੜਿਆ ਨਹੀਂ ਉਹਦਾ ਨਾਮ ਆ ਰਿਹਾ ਦੀਪੇਸ਼ ਦਾ ਔਰ ਇਹ ਦੀਪੇਸ਼ ਪਹਿਲਾਂ ਵੀ ਜਿਵੇਂ ਪਤਾ ਲੱਗਿਆ ਵੀ ਇਸ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਹੋਇਆ ਸੀ ਪਰ ਸਿਆਸੀ ਵਿਅਕਤੀਆਂ ਦੇ ਕਰਕੇ ਇਹ ਦਬਾਅ ਪਾ ਕੇ ਉਹਦੇ ਵਿੱਚੋਂ ਨਿਕਲ ਗਿਆ ਇਹਦੇ ਬਚ ਬਚਾਓ ਹੋ ਗਿਆ ਇਹਦਾ। ਤੇ ਜੇ ਹੁਣ ਆਪਾਂ ਗੱਲ ਕਰੀਏ ਇੰਨੇ ਵੱਡੇ ਯਾਨੀ ਕਾਂਗਰਸ ਸਰਪੰਚ ਹੋਏ ਪਾਵਰ 'ਚ ਹੈ ਤੇ ਉਹਦੀ ਵਾਈਫ ਜਿਹੜੀ ਹੈ ਆਪਣਾ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਹੈ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਇਹ ਕੁਝ ਹੋ ਰਿਹਾ ਸਰਕਾਰਾਂ ਦੇ ਉੱਪਰ ਹੀ ਹੈ। ਬਿਲਕੁਲ ਦੇਖੋ ਸ਼ਰਾਬ ਦੀ ਫੈਕਟਰੀ ਜਿਹੜੀ ਲੱਗੀ ਫੜੀ ਗਈ ਆ ਉਹ ਕੋਈ ਆਮ ਪਬਲਿਕ ਦਾ ਬੰਦਾ ਤਾਂ ਲਾ ਨਹੀਂ ਸਕਦਾ ਜਿਹੜਾ ਆਮ ਵਿਚਾਰਾ ਦਿਹਾੜੀਦਾਰ ਮਜ਼ਦੂਰ ਆ ਹਨਾ ਜਾਂ ਕਹਿ ਲਓ ਮੀਡੀਅਮ ਮਿਡਲ ਕਲਾਸ ਦੇ ਲੋਕ ਨੇ ਉਹਨਾਂ ਚੋਂ ਨਹੀਂ ਕਿਸੇ ਨੇ ਲਾਈ ਹੋਣੀ ਕਿਸੇ ਤਕੜੇ ਬੰਦੇ ਨੇ ਲਾਈ ਹੋਣੀ। ਰਹੀ ਗੱਲ ਪ੍ਰਵਾਸੀ ਮਜ਼ਦੂਰ ਫੜਿਆ ਗਿਆ ਉਹ ਕਿਹੜਾ ਉਸ ਫੈਕਟਰੀ ਦਾ ਮਾਲਕ ਆ ਜਿਹੜਾ ਫੜਿਆ ਗਿਆ ਉਹ ਤਾਂ ਉੱਥੇ ਕੰਮ ਕਰ ਰਿਹਾ ਹੋਣਾ ਵਿਚਾਰਾ ਉਹਨੂੰ ਆਮ 500 ਦਿਹਾੜੀ ਮਿਲਦੀ ਉਹਨੂੰ 1000 ਰੁਪਏ ਕਹਤਾ ਹੋਣਾ 2000 ਰੁਪਏ ਕਹਤਾ ਹੋਣਾ ਵੀ ਭਾਈ ਤੈਨੂੰ ਇੰਨੀ ਦਿਹਾੜੀ ਮਿਲੂਗੀ ਕੰਮ ਕਰ ਉਹਨੂੰ ਫੜ ਕੇ ਇਹਨਾਂ ਨੇ ਪਰਚਾ ਕਰਤਾ ਤੇ ਅਸਲੀ ਮਾਲਕ ਤਾਂ ਨਹੀਂ ਤਾਂ ਫੈਕਟਰੀ ਦਾ ਫੜਿਆ ਗਿਆ ਨਾ ਹੀ ਫੜਿਆ ਜਾਣਾ ਹੈ
ਕਿਉਂਕਿ ਇਹ ਸਭ ਕੁਝ ਸਰਕਾਰ ਹੀ ਕਾਂਗਰਸ ਦਾ ਸਰਪੰਚ ਹੈ ਤੇ ਕਾਂਗਰਸ ਦੀ ਸਰਕਾਰ ਆ, ਐਮਐਲਏ ਦਾ ਵੀ ਹੱਥ ਵਿੱਚ ਹੋਣਾ ਕਿ ਇਹ ਸਭ ਮਿਲੀ ਭੁਗਤਣਾ ਚੱਲਦਾ ਹੈ। ਦੇਖੋ ਤੁਸੀਂ ਇੱਕ ਰਣਜੀਤ ਬਾਵੇ ਦਾ ਪਹਿਲਾਂ ਗਾਣਾ ਸੁਣਿਆ ਸੀ ਨਾ, ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ, ਸਰਕਾਰਾਂ ਹੀ ਕਰਦੀਆਂ ਨੇ ਜੀ ਇਹ ਸਭ ਕੁਝ। ਜੀ ਜੇ ਆਪਾਂ ਗੱਲ ਕਰੀਏ ਜਸਲੀਨ ਜੀ ਵੀ ਜਿਹੜੇ ਦੇਖੋ ਤੇ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ, ਸਭ ਤੋਂ ਅਹਿਮ ਗੱਲ ਹੈ ਵੀ ਮਸ਼ੀਨ ਤਾਂ ਫੜੀ ਗਈ, ਉੱਥੇ ਜਿਹੜੀ ਟੈਂਕੀਆਂ ਫੜੀ ਗਿਆ ਪਾਣੀ ਦੀਆਂ, ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਉਹਦੇ ਉੱਪਰ ਬ੍ਰਾਂਡਡ ਕੰਪਨੀਆਂ ਦੇ ਜਿਹੜੇ ਕਿ ਉਹ ਲੱਗੇ ਹੋਏ ਸੀ ਹੋਲੋਗ੍ਰਾਮ, ਠੀਕ ਹੈ। ਤਾਂ ਕੀ ਇਹ ਕੰਪਨੀਆਂ ਵੱਲੋਂ ਇਹਨਾਂ ਦੀ ਮਿਲੀ ਭੁਗਤ ਸੀਗੀ ਜਿਹੜੇ ਸ਼ਰਾਬ ਵੇਚ ਰਹੇ ਸੀ ਇਹਨਾਂ, ਯਾਨੀ ਕਿ ਕੋਈ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਕੰਪਨੀਆਂ ਨੇ ਇਹ ਇਹਨਾਂ ਦੇ ਦਾਅਵਾ ਕਰ ਸਕਦੀਆਂ ਨੇ, ਜਿਹੜੇ ਵਿਅਕਤੀ ਫੜੇ ਗਏ ਨੇ ਇਹਨਾਂ ਦੇ ਉੱਪਰ ਪੈਸੇ ਦਾ ਕਰ ਸਕਦੀਆਂ ਨੇ। ਬਿਲਕੁਲ ਬਿਲਕੁਲ, ਅਜੇ ਤਾਂ ਪਤਾ ਨਹੀਂ ਜੀ ਇਹਦਾ ਸਿਆਸੀ ਇਹਦੇ ਵਿੱਚ ਖੁਲਾਸੇ ਕੀ ਕੁਝ ਨਿਕਲਨੇ ਨੇ ਨਾ। ਹੁਣ ਜਿਹੜੀਆਂ ਉਹਨਾਂ ਨੇ ਡਰਿੰਕਸ ਬਣਾਈਆਂ ਨੇ ਇਹ ਨਹੀਂ ਪਤਾ ਕਿ ਉਹ ਇਨਲੀਗਲ ਤਰੀਕੇ ਨਾਲ ਤਾਂ ਬਣਾਈਆਂ ਹੀ ਬਣਾਈਆਂ ਨੇ, ਇਹ ਨਹੀਂ ਪਤਾ ਕਿ ਦੇਖੋ ਦੇਖੋ ਸ਼ਰਾਬ ਇੱਕ ਚੰਗੀ ਚੀਜ਼ ਨਹੀਂ ਹੈ, ਪਰ ਜੋ ਵੀ ਸ਼ਰਾਬ ਦੇ ਵਿੱਚ ਪੈਂਦਾ ਏ ਉਹਨੂੰ ਬਕਾਇਦਾ ਟੈਸਟ ਕਰਕੇ ਪਾਇਆ ਜਾਂਦਾ, ਉਹਦਾ ਟੈਸਟ ਕਰਿਆ ਜਾਂਦਾ ਡਰਿੰਕ ਦਾ ਬਕਾਇਦਾ ਵੀ ਹਾਂ ਇਹ ਪੀਣ ਦੇ ਕਾਬਿਲ ਹੈ ਜਾਂ ਨਹੀਂ ਹੈ, ਇਹਦੀ ਡੋਜ਼ ਕਿੰਨੀ ਆ, ਇਹਦੇ ਵਿੱਚ ਕਿੰਨਾ ਐਲਕੋਹਲ ਆ, ਹਨਾ, ਉਹ ਸਾਰੀਆਂ ਚੀਜ਼ਾਂ ਟੈਸਟ ਕਰੀਆਂ ਜਾਂਦੀਆਂ ਨੇ। ਹੁਣ ਉਹ ਜਿਹੜੀ ਡਰਿੰਕ ਉਹਨਾਂ ਨੇ ਬਣਾਈ ਆ, ਉਹਨਾਂ ਨੇ ਪਹਿਲੀ ਗੱਲ ਤਾਂ ਇਨਲੀਗਲ ਤਰੀਕੇ ਨਾਲ ਬਣਾਈ ਆ, ਕੀ ਪਤਾ ਉਹ ਸਹੀ ਤਰੀਕੇ ਨਾਲ ਮਤਲਬ ਕਿ ਜਿਹੜੀ ਹਿਸਾਬ ਨਾਲ ਉਹਦੀ ਡੋਜ਼ ਬਣਨੀ ਚਾਹੀਦੀ ਆ ਉਸ ਹਿਸਾਬ ਨਾਲ ਬਣਾਈ ਗਈ ਜਾਂ ਨਹੀਂ ਬਣਾਈ ਗਈ, ਇਹ ਵੀ ਇੱਕ ਪੁਆਇੰਟ ਆ। ਨੈਕਸਟ ਪੁਆਇੰਟ ਇਹ ਆ ਕਿ ਜਿਹੜੀਆਂ ਦੂਜੀਆਂ ਕੰਪਨੀਆਂ ਨੇ ਜਿਵੇਂ ਹੁਣ ਕਹਿ ਲਓ ਵੀ ਮੈਕਡਵਲ ਆ ਜਾਂ ਹੋਰ ਜਿਹੜੀਆਂ ਕੰਪਨੀਆਂ ਦੇ ਉੱਥੋਂ ਦੇ ਨਕਲੀ ਬ੍ਰਾਂਡ ਫੜੇ ਗਏ, ਨਕਲੀ ਬ੍ਰਾਂਡ ਹੀ ਕਹੂੰਗੀ ਮੈਂ ਉਹਨੂੰ, ਉਹ ਕੰਪਨੀਆਂ ਇਸ ਕਰਕੇ ਚੁੱਪ ਹੋਣ, ਕਿਉਂ ਚੁੱਪ ਨੇ, ਇਹਦੇ ਵਿੱਚ ਇਹ ਹੋ ਸਕਦਾ ਵੀ ਉਹਨਾਂ ਦੀ ਮਿਲੀ ਭੁਗਤ ਹੈ। ਦੇਖੋ ਹੁਣ ਕਿਸੇ ਹੋ ਸਕਦਾ ਉਹਨਾਂ ਦੀ ਮਿਲੀ ਭੁਗਤ ਹੈ ਜਾਂ ਉਹਨਾਂ ਨੂੰ ਨਹੀਂ ਵੀ ਪਤਾ, ਜਾਂ ਹੋ ਸਕਦਾ ਆਉਣ ਵਾਲੇ ਟਾਈਮ 'ਚੋਂ ਕੇਸ ਕਰ ਦੇਣ ਉਹਨਾਂ ਤੇ। ਜੀ ਜਸਲੀਨ ਜੀ, ਪ੍ਰਵਾਸੀ ਮਜ਼ਦੂਰ ਫੜਿਆ ਜਾਂਦਾ ਜਦੋਂ ਰੇਡ ਪੈਂਦੀ ਹੈ ਤਾਂ ਜਿਹੜੇ 5 ਵਿਅਕਤੀ ਹੋਰ ਦੱਸੇ ਜਾ ਰਹੇ ਆ ਉਹ ਫਰਾਰ। ਕੀ ਪੁਲਿਸ ਨੂੰ ਯਾਨੀ ਕਿ ਜਦੋਂ ਆਪਾਂ ਉੱਥੇ ਸ਼ਰਾਬ ਦੀ ਫੈਕਟਰੀ ਚੱਲ ਰਹੀ ਹੈ ਤਾਂ ਡੇਲੀ ਜਿਹੜੀਆਂ 50 ਤੋਂ 100 ਗੱਡੀਆਂ ਯਾਨੀ ਕਿ ਉੱਥੋਂ ਨਿਕਲਦੀਆਂ ਜਾਂਦੀਆਂ, ਤੇ ਪੁਲਿਸ ਨੂੰ ਤਾਂ ਪਤਾ ਹੀ ਨਹੀਂ ਸੀ। ਤੁਹਾਨੂੰ ਮੈਂ ਇੱਕ ਹੋਰ ਅਹਿਮ ਗੱਲ ਦੱਸਦਾ ਵੀ ਪੁਲਿਸ ਨੂੰ ਇਹਦੀ ਕੋਈ ਜਾਣਕਾਰੀ ਨਹੀਂ ਸੀ। ਪੁਲਿਸ ਨੂੰ ਕਿਸੇ ਸ਼ਹਿਰ ਦੇ ਵਾਸੀ ਨੇ ਗੁਪਤ ਸੂਚਨਾ ਦਿੱਤੀ ਹੈ ਵੀ ਇੱਥੇ ਸ਼ਰਾਬ ਦਾ ਕੰਮ ਚੱਲ ਰਿਹਾ ਹੈ। ਫਿਰ ਜੇ ਸ਼ਰਾਬ ਦਾ ਕੰਮ ਚੱਲ ਰਿਹਾ ਸੀ ਤਾਂ ਪੁਲਿਸ ਅੰਦਰ ਚੁੱਪ ਕੇ ਬੈਠੀ ਸੀ। ਬਿਲਕੁਲ, ਦੇਖੋ ਜੇ ਮੈਂ ਹੁਣ ਪੁਲਿਸ ਦੀ ਗੱਲ ਕਰਾਂ ਹਨਾ, ਪੁਲਿਸ ਤਾਂ ਵਿਚਾਰੇ ਜਿਹੜੇ ਮੁਲਾਜ਼ਮ ਨੇ ਉਸ ਟਾਈਮ ਡਿਊਟੀਆਂ ਕਰ ਰਹੇ ਨੇ, ਲਾਕਡਾਊਨ ਚੱਲ ਰਿਹਾ ਹਨਾ, ਉਹਨਾਂ ਨੂੰ ਤਾਂ ਜਿਵੇਂ ਦਾ ਹੁਕਮ ਮਿਲ ਜਾਂਦਾ ਜੀ ਉਵੇਂ ਦੇ ਹੁਕਮ ਦੇ ਪਾਬੰਦ ਨੇ। ਹੁਕਮ ਤੁਸੀਂ ਹਿੰਸਾ ਕਹਿਣ ਵਾਲੇ ਨੇ, ਹੁਕਮ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਸਿੱਧਾ ਪੰਜਾਬ ਸਰਕਾਰ ਤੋਂ ਮਿਲਦਾ? ਬਿਲਕੁਲ, ਦੇਖੋ ਸਰਕਾਰ ਦੀ ਸ਼ਹਿਦ ਹੀ ਤਾਂ ਹੀ ਚੱਲ ਰਹੀ ਸੀ ਫੈਕਟਰੀ। ਦੇਖੋ ਲਾਕਡਾਊਨ ਚੱਲ ਰਿਹਾ ਹੈ ਇਸ ਟਾਈਮ, ਮਤਲਬ ਕਿ ਹੁਣ ਤਾਂ ਚਲੋ ਲਾਕਡਾਊਨ 'ਚ ਢਿੱਲ ਦਿੱਤੀ ਕੁਝ ਦਿਨ ਪਹਿਲਾਂ। ਤੁਸੀਂ ਦੇਖਿਆ ਹੋਣਾ ਕਿ ਪਿਛਲੇ ਟਾਈਮ ਤੋਂ ਜਦੋਂ ਲਾਕਡਾਊਨ ਸ਼ੁਰੂ ਹੋਇਆ ਸੀ ਉਦੋਂ ਇੰਨੀ ਸਖਤੀ ਦੀ ਲਾਕਡਾਊਨ 'ਚ ਮੈਂ ਕਹਿੰਦਾ ਜੀ ਇੱਕ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ। ਪਰ ਜਸਲੀਨ ਜੀ, ਕੈਪਟਨ ਅਮਰਿੰਦਰ ਸਿੰਘ ਨੇ, ਮੈਂ ਤੁਹਾਨੂੰ ਦੱਸਦਾ ਵੀ ਕੱਲ ਠੇਕੇ ਖੋਲਿਆ, ਜੇ ਕੱਲ ਠੇਕੇ ਖੋਲਿਆ ਤਾਂ ਅੱਜ ਇਹ ਸ਼ਰਾਬ ਦੀ ਫੈਕਟਰੀ ਕਿਉਂ ਫੜੀ ਗਈ? ਬਿਲਕੁਲ, ਇਹ ਵੀ ਦੇਖੋ ਇਹ ਤਾਂ ਹੁਣ ਸਵਾਲ ਤੇ ਸਵਾਲ ਆ ਰਹੇ ਨੇ ਵੀ ਇਹਦਾ ਮਤਲਬ ਪਹਿਲਾਂ ਉਹਦੀ ਉਹ ਡਰਿੰਕ ਚੱਲ ਰਹੀ ਹੋਣੀ, ਸ਼ਰਾਬ ਵੇਚੀ ਜਾ ਰਹੀ ਹੋਣੀ ਹੈ ਨਾ, ਠੇਕੇ ਬੰਦ ਦੀ, ਫਿਰ ਵੀ ਲੋਕਾਂ ਤੱਕ ਸ਼ਰਾਬ ਲੋਕਾਂ ਦੀ ਪਹੁੰਚ ਰਹੀ ਸੀ ਹਨਾ। ਜੀ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਵੀ ਰਾਜਪੁਰਾ ਦੇ ਵਿੱਚ ਹੀ ਅੱਜ ਸ਼ਰਾਬ ਫੜੀ ਗਈ। ਪਹਿਲਾਂ ਉੱਥੇ ਮਾਈਨਿੰਗ ਦਾ ਕੰਮ ਨਹੀਂ ਰੁਕ ਰਿਹਾ, ਮਾਈਨਿੰਗ ਹੋ ਰਹੀ ਹੈ ਯਾਨੀ ਰੇਤ ਦੀ ਚੋਰੀ। ਤੁਹਾਨੂੰ ਮੈਂ ਦੱਸਣਾ ਚਾਹਾਂਗਾ ਵੀ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਐਮਐਲਏ ਬਹੁਤ ਸੂਝਵਾਨ ਨੇ, ਪਰ ਫਿਰ ਵੀ ਦੇਖਣ ਵਾਲੀ ਗੱਲ ਸਵਾਲ ਆਉਂਦੀ ਮਾਈਨਿੰਗ ਕਿਵੇਂ ਹੋ ਰਹੀ ਹੈ? ਰੇਤ ਜਿਹੜੀ ਸਭ ਤੋਂ ਜ਼ਿਆਦਾ ਟਰਾਲੀਆਂ ਉੱਥੋਂ ਨਿਕਲ ਰਹੀਆਂ ਘੱਗਰ ਚੋਂ। ਬਿਲਕੁਲ ਬਿਲਕੁਲ, ਨਾਲੇ ਤਾਂ ਜੀ ਰਾਜਪੁਰਾ ਦਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਹਾਂ, ਪਿਛਲੇ ਦਿਨੀ ਬੜੀ ਚਰਚਾ 'ਚ ਰਿਹਾ ਰਾਜਪੁਰਾ, ਕਿੰਨੀਆਂ ਹੀ ਇਮਾਨਦਾਰ ਸਰਕਾਰਾਂ ਆ ਗਈਆਂ, ਇਮਾਨਦਾਰ ਅਫਸਰ ਆ ਗਏ, ਇਮਾਨਦਾਰ ਮੰਤਰੀ ਆ ਗਏ, ਪਰ ਰਾਜਪੁਰੇ ਦੇ ਵਿੱਚ ਸੱਟਾ ਤੇ ਜੂਆ ਵਗੈਰਾ ਨਹੀਂ ਬੰਦ ਹੋਇਆ। ਜੀ ਜੂਆ, ਮੈਂ ਤੁਹਾਨੂੰ ਲਾਕਡਾਊਨ ਚੱਲ ਰਿਹਾ ਸੀ ਪਰ ਰਾਜਪੁਰੇ ਦੇ ਵਿੱਚ ਫਿਰ ਵੀ ਜੂਆ ਖੇਡਿਆ ਜਾ ਰਿਹਾ ਸੀ, ਸੱਟਾ ਲੱਗ ਰਿਹਾ ਸੀਗਾ, ਸਭ ਕੁਝ ਹੋ ਰਿਹਾ ਸੀਗਾ। ਜੀ ਯਾਨੀ ਤੁਸੀਂ ਸਿੱਧਾ ਮੈਂ ਤੇ ਤੁਹਾਨੂੰ ਕਹਾਂ ਵੀ ਜਿਹੜੇ ਐਮਐਲਏ ਨੇ ਹਰਦਿਆਲ ਸਿੰਘ ਕੰਬੋਜ ਜੋ ਸੁਰੱਖਿਆ ਦਾ ਵਿਸ਼ਾ ਵੀ ਰਹਿੰਦੇ ਨੇ, ਅਤੇ ਹੁਣ ਜਿਹੜਾ ਸੁਣਨ ਦੇ ਵਿੱਚ ਆ ਰਿਹਾ ਵੀ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਬਹੁਤ ਘੱਟ ਬਣ ਰਹੀ ਹੈ। ਜੇ ਘੱਟ ਬਣ ਰਹੀ ਹੈ ਤਾਂ ਫਿਰ ਉਹ ਸ਼ਰਾਬ ਕਿਉਂ ਵਿਕਾਣਗੇ ਪੰਜਾਬ ਸਰਕਾਰ ਦੀ? ਦੇਖੋ ਜੀ ਮਿਲਦਾ ਹੀ ਹੈ ਸਭ ਕੁਝ। ਦੇਖੋ ਜੇ ਮੈਂ ਕੋਈ ਗਲਤ ਕੰਮ ਤਾਂ ਕਰੂੰ ਨਾ ਜੇ ਮੈਨੂੰ ਕੁਝ ਮਿਲ ਰਿਹਾ ਇਸ ਟਾਈਮ, ਜੇ ਇਹ ਸਭ ਮਿਲੀਆਂ ਭੁਗਤਾਂ ਹੋ ਰਿਹਾ ਨੇ ਹਨਾ, ਐਮਐਲਏ ਦੀ ਕੋਈ ਛੋਟੀ ਮੋਟੀ ਪਾਵਰ ਨਹੀਂ ਹੁੰਦੀ। ਜੇ ਉਹ ਸੀਐਮ ਨਾਲ ਵਿਗਾੜ ਵੀ ਲਊਗਾ, ਜੇ ਮੰਨ ਲਓ ਅੱਜ ਐਮਐਲਏ ਆਪਣਾ ਉਹਦਾ ਛੱਡ ਵੀ ਦੇਵੇ ਤਾਂ ਵੀ ਉਹਨੂੰ ਜਦ ਤੱਕ ਐਮਐਲਏ ਮਤਲਬ ਕਿ ਆਪਣੀ ਮਤਲਬ ਕਿ ਉਹਦੀ ਡੈਥ ਤੱਕ ਨਹੀਂ ਹੁੰਦੀ ਐਮਐਲਏ ਦੀ ਹਨਾ, ਉਹਨੂੰ ਗਨਮੈਨ, ਉਹਨੂੰ ਕਿੰਨੀਆਂ ਸਹੂਲਤਾਂ, ਬਕਾਇਦਾ ਪੈਨਸ਼ਨਾਂ, ਸਭ ਕੁਝ ਮਿਲਦਾ ਜੀ। ਜੀ ਤੁਸੀਂ ਸਾਫ਼ ਕਹਿਣਾ ਚਾਹੁੰਦੇ ਹੋ ਵੀ ਪੰਜਾਬ ਸਰਕਾਰ ਦੇ ਨਾਲ ਯਾਨੀ ਕਿ ਜਿਹੜੇ ਅਫਸਰ ਨੇ ਉਹ ਵੀ ਇਹਦੇ ਸ਼ਾਮਲ ਨੇ, ਤਾਂ ਹੀ ਨਹੀਂ ਫੜੇ ਜਾ ਰਹੇ ਆਰੋਪੀ? ਬਿਲਕੁਲ ਬਿਲਕੁਲ ਜੀ, ਮਿਲ ਜਾਂਦੇ ਨੇ ਜੀ, ਸਾਰਾ ਮਿਲੀਆਂ ਭੁਗਤਾਂ ਨਾਲੇ ਹੁੰਦਾ ਸਭ ਕੁਝ, ਜੋ ਹੁੰਦਾ ਸਭ। ਕਿਉਂਕਿ ਜਸਲੀਨ ਜੀ ਬਹੁਤ ਸਾਰੇ ਮਾਮਲੇ ਅਜਿਹੇ ਨੇ ਆਪਣੇ ਪੰਜਾਬ ਦੇ, ਜੇ ਆਪਾਂ ਗੱਲ ਕਰ ਲਈਏ ਹਿੰਦੁਸਤਾਨ ਤਾਂ ਬਹੁਤ ਦੂਰ ਦੀ ਗੱਲ ਹੈ। ਦੇਖੋ ਵੀ ਹਮੇਸ਼ਾ ਰੇਡ ਹੁੰਦੀ ਹੈ ਪੁਲਿਸ ਵੱਲੋਂ, ਜਿਹੜੇ ਆਰੋਪੀ ਫਰਾਰ ਤੇ ਬਾਅਦ ਚੋਂ ਕੇਸ ਜਿਹੜਾ ਠੰਡੇ ਬਸਤੇ ਇਨਕੁਆਰੀਆਂ ਚੱਲਦੀਆਂ ਰਹਿੰਦੀਆਂ ਸਿਰਫ ਕਾਗਜ਼ਾਂ 'ਚ। ਬਿਲਕੁਲ, ਤੁਸੀਂ ਮੈਂ ਉਸ ਦੇਸ਼ ਦੀ ਦੇਖੋ ਵਸਨੀਕ ਹਾਂ, ਨਾਗਰਿਕ ਹਾਂ, ਮੇਰਾ ਭਾਰਤ ਦੇਸ਼ ਮਹਾਨ ਆ ਹਨਾ, ਪਰ ਇਸ ਟਾਈਮ ਸਾਡੇ ਦੇਸ਼ ਵਿੱਚ ਮਹਾਨਤਾ ਵਾਲਾ ਕੁਝ ਵੀ ਨਹੀਂ ਰਿਹਾ। ਅਸੀਂ ਸਭ ਕੁਝ ਜ਼ੀਰੋ ਲੈਵਲ ਤੇ ਲਿਆਤਾ, ਅਸੀਂ ਲੋਕਾਂ ਨੇ ਲਿਆਂਦਾ ਏ, ਸਾਡੇ ਭ੍ਰਿਸ਼ਟ ਮੰਤਰੀਆਂ ਨੇ ਲੈ ਕੇ ਆਂਦਾ ਏ, ਅਸੀਂ ਹੀ ਇਹਦੇ ਜ਼ਿੰਮੇਵਾਰ ਹਾਂ।
ਜੀ ਸਾਡੇ ਸਮਾਜ ਨੂੰ, ਦੇਸ਼ ਨੂੰ ਖੋਖਲਾ ਕਰਨ ਚ ਲੱਗੇ ਹੋਏ ਆ ਜੀ ਇਹ ਸਭ ਕੁਝ। ਜਸਲੀਨ ਜੀ, ਤੁਸੀਂ ਸਾਫ਼ ਕਹਿ ਰਹੇ ਹੋ ਵੀ ਪੰਜਾਬ ਦੇ ਜਿਹੜੇ ਮੰਤਰੀ ਆ ਉਹ ਭ੍ਰਿਸ਼ਟ ਹੈ ਤੇ ਉਹ ਪੰਜਾਬ ਦਾ ਯਾਨੀ ਕਿ ਖਰਾਬ ਕਰ ਰਹੇ ਮਾਹੌਲ ਨੂੰ। ਬਿਲਕੁਲ, ਮੈਂ ਸਾਰੇ ਮੰਤਰੀਆਂ ਨੂੰ ਕਹਿੰਦੀ, ਕੁਝ ਚੰਗੇ ਵੀ ਨੇ, ਤੁਹਾਨੂੰ ਪਤਾ ਹੀ ਹੈ, ਕੁਝ ਚੰਗੇ ਵੀ ਨੇ, ਕੁਝ ਮਾੜੇ ਵੀ ਨੇ। ਮੈਂ ਤੁਹਾਨੂੰ ਇੱਥੇ ਤੁਹਾਡੀ ਜਾਣਕਾਰੀ ਲਿਆਦਾ ਵੀ ਕੈਬਨਿਟ ਦੀ ਇੱਕ ਪ੍ਰੀ ਮੀਟਿੰਗ, ਬੋਰਡ ਦੀ ਇੱਕ ਮੀਟਿੰਗ ਹੋਈ ਸੀਗੀ, ਉਸ ਦੇ ਵਿੱਚ ਜਨਰਲ ਸਕੱਤਰ ਉੱਠ ਕੇ ਚਲੇ ਗਏ ਸੀ ਮੀਟਿੰਗ 'ਚ ਸ਼ਰਾਬਬੰਦੀ ਦੇ। ਬਿਲਕੁਲ ਉਹ ਕਹਿੰਦੇ, ਸਰਕਾਰ ਕਹਿੰਦੀ ਵੀ ਤੁਸੀਂ ਮਹਿੰਗੇ ਰੇਟ ਤੇ ਸ਼ਰਾਬ ਵੇਚੋ, ਜੀ, ਤੇ ਉਹ ਕਹਿੰਦੇ ਵੀ ਨਹੀਂ ਜੀ ਅਸੀਂ ਨਹੀਂ ਵੇਚ ਸਕਦੇ ਜੀ। ਤੇ ਸਰਕਾਰ ਉਹ ਇਸ ਗੱਲ ਤੋਂ ਨਾਰਾਜ਼ ਹੋ ਕੇ ਅਫਸਰ ਉੱਥੋਂ ਉੱਠ ਕੇ ਚਲੇ ਗਏ। ਦੇਖੋ ਜਿਹੜੇ ਹੁਣ ਸਕੱਤਰ ਬਿਠਾਏ ਤੇ ਉਹ IPS PCS ਅਫਸਰ ਸੀਗੇ, ਤਕੜੇ ਅਫਸਰ ਸੀਗੇ, ਤੇ ਉਹਨਾਂ ਨੇ ਮਨਾ ਕਰਤਾ ਤੇ ਰਹਿ ਗਏ MLAs, ਇਹਨਾਂ ਦੇ ਜਿਹੜੇ ਆਪਣੇ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਕਿਹਾ ਜਾਂਦਾ ਹੈ, ਉਹ ਕਹਿੰਦੇ ਜੀ ਇਸ ਤਾਂ ਵੇਚਾਂਗੇ। ਉਹਨਾਂ ਨੂੰ ਪਤਾ ਹੈ ਸਾਡੇ ਕੈਬਨਿਟ ਮੰਤਰੀਆਂ ਨੇ ਸਾਨੂੰ ਦਿੱਤਾ ਹੀ ਕੀ ਆ ਜੀ ਹੁਣ ਤੱਕ, ਜਿਹੜਾ ਮਹਿਕਮਾ ਸਾਡੇ ਕੈਬਨਿਟ ਮੰਤਰੀਆਂ ਨੂੰ ਮਿਲਿਆ ਏ ਉਹ ਮਹਿਕਮਾ ਲੁੱਟ ਕੇ ਖਾ ਗਏ ਇਹ। ਜੀ ਜਸਲੀਨ ਜੀ, ਇੱਥੋਂ ਹੀ ਮੈਂ ਗੱਲ ਲਵਾਂਗਾ ਤੁਹਾਨੂੰ। ਇੱਕ ਕੈਪਟਨ ਅਮਰਿੰਦਰ ਸਿੰਘ ਇੱਕ ਦਿਨ ਬਾਅਦ ਆਉਂਦੇ ਆ ਤੇ ਜਿਹੜੇ ਮਨਪ੍ਰੀਤ ਬਾਦਲ ਨੇ ਖਜ਼ਾਨਾ ਮੰਤਰੀ, ਉਹ ਬੜੇ ਪਿਆਰ ਨਾਲ ਚੁੱਪਚਾਪ ਜਵਾਬ ਦੇ ਗਏ ਵੀ ਸ਼ਰਾਬਬੰਦੀ ਜਿਹੜੀ ਹੋਮ ਡਿਲੀਵਰੀ ਹੈ ਜਿਹਦਾ ਰੋਲਾ ਚੱਲ ਰਿਹਾ ਸੀ ਵੀ ਉਹ ਕੈਪਟਨ ਸਾਹਿਬ ਕਰਨਗੇ। ਤੇ ਕੈਪਟਨ ਸਾਹਿਬ ਨੇ ਅਗਲੇ ਦਿਨ ਇਹ ਬੜਾ ਹੀ ਮਿੱਠਾ ਜਵਾਬ ਦਿੱਤਾ ਲੋਕਾਂ ਨੂੰ ਵੀ ਠੇਕੇਦਾਰਾਂ ਉੱਪਰ ਹੈ, ਜਿਹਨੇ ਹੋਮ ਡਿਲੀਵਰੀ ਕਰਨੀ ਹੈ ਉਹ ਕਰ ਸਕਦਾ ਹੈ। ਤੇ ਜੇ ਅਜਿਹੇ ਕੈਪਟਨ ਸਾਹਿਬ ਦੇ ਵਿਚਾਰ ਹੈ ਤਾਂ ਜਿਹੜਾ ਅੱਜ ਘਟਨਾ ਹੋਈ ਹੈ ਰਾਜਪੁਰੇ ਦੇ ਵਿੱਚ, ਇੰਨਾ ਯਾਨੀ ਸ਼ਰਾਬ ਫੜੀ ਗਈ ਹੈ, ਕੀ ਤੁਹਾਨੂੰ ਲੱਗਦਾ ਨਹੀਂ ਵੀ ਸਿਆਸਤ ਨਾਲ ਹੀ ਜੁੜੀ ਹੋਈ ਹੈ? ਦੇਖੋ ਜੀ, ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸਦੇ ਹੋਏ ਬੜੀ ਸ਼ਰਮ ਮਹਿਸੂਸ ਹੋ ਰਹੀ ਆ ਵੀ ਮੈਂ CM ਸਾਹਿਬ ਨੇ ਇਹ ਜੀ ਗੱਲ ਸੋਚੀ ਵੀ ਸ਼ਰਾਬ ਦੀ ਹੋਮ ਡਿਲੀਵਰੀ ਕਰਨੀ ਚਾਹੀਦੀ ਆ, ਪਰ CM ਸਾਹਿਬ ਨੇ ਇਹ ਨਹੀਂ ਸੋਚਿਆ ਵੀ ਸਾਡੇ ਸਕੂਲ ਦੇ ਬੱਚੇ ਸਕੂਲ ਨਹੀਂ ਜਾਂਦੇ, ਉਹਨਾਂ ਦੀ ਆਨਲਾਈਨ ਸਟੱਡੀ ਹੋ ਰਹੀ ਆ, ਕਹਿੰਦੇ ਵੀ ਆਨਲਾਈਨ ਸਟੱਡੀ ਆ। ਮੈਂ ਇਸ ਗੱਲ ਨਾਲ ਸਹਿਮਤ ਆ ਵੀ ਆਨਲਾਈਨ ਸਟੱਡੀ ਹੋ ਰਹੀ ਆ, ਕਿ ਉਹਨਾਂ ਨੂੰ ਹੋਮ ਡਿਲੀਵਰੀ 'ਚ ਕਿਤਾਬਾਂ ਨਹੀਂ ਸੀ ਘਰੇ ਭੇਜੀਆਂ ਜਾ ਸਕਦੀਆਂ। ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਪਰ ਤੁਸੀਂ ਜ਼ਿਕਰ ਕੀਤਾ ਸੱਟੇ ਦਾ, ਤੁਹਾਨੂੰ ਮੈਂ ਵੀ ਦੱਸਦਾ ਵੀ ਸੱਟਾ ਤਾਂ ਅੱਜ ਤੱਕ ਕਦੇ ਬੰਦ ਹੀ ਨਹੀਂ ਹੋਇਆ ਪੰਜਾਬ 'ਚੋਂ, ਕਿ ਪਟਿਆਲੇ 'ਚੋਂ ਕਦੇ ਬੰਦ, ਰਾਜਪੁਰੇ 'ਚੋਂ ਨਹੀਂ ਬੰਦ ਹੋਇਆ, ਕਿਸੇ ਵੀ ਸ਼ਹਿਰ 'ਚੋਂ ਨਹੀਂ ਬੰਦ ਹੋਇਆ। ਇਹ ਕਿਵੇਂ ਕਰ ਰਹੇ ਨੇ ਕੰਮ ਸੱਟੇ ਦਾ? ਮਿਲੀਆਂ ਭੁਗਤਾਂ ਜੀ ਸਰਕਾਰ ਦੀਆਂ। ਨਹੀਂ, ਮਿਲੀ ਭੁਗਤ ਤੁਸੀਂ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜੇ ਕੋਈ ਚੰਗਾ ਅਫਸਰ ਹੈ ਨਾ, ਇਹ ਉਹਨੂੰ ਚੱਕ ਕੇ ਖੁੰਝੇ ਲਾ ਦਿੰਦੇ ਨੇ ਜੀ। ਜਿਵੇਂ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਕਰਨ ਅਵਤਾਰ ਜੀ ਨੂੰ ਹੁਣ ਕੱਢਿਆ ਗਿਆ। ਬਿਲਕੁਲ ਤੁਸੀਂ ਸਾਫ਼ ਤੌਰ ਤੇ ਕਹਿ ਰਹੇ ਹੋ ਵੀ ਜਿਹੜਾ ਕਰਨ ਅਵਤਾਰ ਸਹੀ ਸੀਗੇ, ਬਿਲਕੁਲ ਸਹੀ ਸੀ ਜੀ ਉਹ ਬੰਦਾ, ਤਾਂ ਹੀ ਉਹਨਾਂ ਨੂੰ ਕੱਢਿਆ ਗਿਆ, ਤਾਂ ਹੀ ਉਹਨਾਂ ਨੂੰ ਦੇਖੋ ਕੱਢ ਦਿੰਦੇ ਨੇ। ਇਹਨਾਂ ਨੂੰ ਦੇਖੋ ਹੁਣ ਉਹ ਸਿੱਧੂ ਨਾਲ ਕਿਉਂ ਨਹੀਂ ਬਣਦੀ ਹੈਗੀ ਜੀ। ਦੇਖੋ ਆਖਰ ਦੇਖੋ ਜਿਹੜਾ ਬੰਦਾ, ਮੈਂ ਸੋਚਦੀ ਆਂ ਵੀ ਰੱਬ ਨੂੰ ਮੰਨਣ ਲੱਗ ਜੇ ਨਾ ਤਾਂ ਉਹ ਗੁਨਾਹਾਂ ਤੋਂ ਡਰਨਾ ਸ਼ੁਰੂ ਹੋ ਜਾਂਦਾ ਹੈ। ਤੇ ਮੈਨੂੰ ਇਹ ਲੱਗਦਾ ਹੈ ਨਾ, ਮੈਂ ਉਹਨਾਂ ਦੀਆਂ ਕਈ ਮਤਲਬ ਇੰਟਰਵਿਊਜ਼ ਦੇਖੀਆਂ ਜਾਂ ਕਪਿਲ ਦਾ ਸ਼ੋਅ ਦੇਖਿਆ। ਪਰ ਜਸਲੀਨ ਜੀ, ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਵੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਲੀਡਰ ਇਸ ਸਮੇਂ। ਨਹੀਂ, ਮੈਂ ਮੰਨਦੀ ਆ, ਪਰ ਉਹਦੀ CM ਸਾਹਿਬ ਨਾਲ ਤਾਂ ਨਹੀਂ ਬਣਦੀ ਹੈਗੀ। ਨਹੀਂ, ਤੁਸੀਂ ਕਿਵੇਂ ਦਾਅਵਾ ਕਰ ਸਕਦੇ ਨਹੀਂ ਬਣਦੀ? ਕਿਉਂਕਿ ਉਹ ਕਿਤੇ ਇਕੱਠੇ ਦੇਖੋ ਮੀਟਿੰਗਾਂ ਹੋਈਆਂ, ਸਿੱਧੂ ਸਾਹਿਬ ਨੂੰ ਮੀਟਿੰਗ 'ਚ ਕਿਉਂ ਨਹੀਂ ਬੁਲਾਇਆ ਬਈ? ਉਹ ਵੀ ਤਾਂ ਮੌਕੇ ਦਾ MLA ਐ। ਕੋਈ ਪਰਸਨਲ ਪ੍ਰੋਬਲਮ ਹੀ ਹੋ ਸਕਦੀ ਸਿੱਧੂ ਸਾਹਿਬ ਦੀ। ਤੁਸੀਂ ਪਿਛਲੇ ਦਿਨੀ ਬਿਆਨਾਂ 'ਚ ਵੀ ਤਾਂ ਦੇਖਿਆ, ਅਖਬਾਰਾਂ 'ਚ ਕਿੰਨੇ ਬਿਆਨ ਲੱਗੇ, ਸਿੱਧੂ ਨੇ ਲਾਏ, ਉਹਨੇ ਲਾਏ, ਆਪਸ 'ਚ ਲਾਏ, ਫਿਰ ਉਹਦੇ ਕੋਲ ਜਾਂਦਾ, ਰਾਹੁਲ ਗਾਂਧੀ ਕੋਲ ਜਾਂਦਾ ਦਿੱਲੀ, ਵੀ ਜੇ ਵੀ ਇਹ ਮਾਹੌਲ ਨਾ ਠੀਕ ਹੋਇਆ ਪੰਜਾਬ ਦੀ ਤਾਂ ਮੈਨੂੰ CM ਲਾ ਦਿਓ ਜੀ। ਇਹ ਵੀ ਗੱਲ ਤਾਂ ਹੋਈ ਸੀ। ਅੱਛਾ ਜੀ, ਹੁਣ ਆਪਾਂ ਗੱਲ ਕਰੀਏ ਮਾਈਨਿੰਗ ਦੀ। ਮਾਈਨਿੰਗ ਜਿਹੜਾ ਰੇਤ ਨਿਕਲ ਰਿਹਾ ਉੱਥੋਂ, ਠੀਕ ਹੈ, ਉਹਦਾ ਪੈਸਾ ਜਿਹੜਾ ਵੀ ਹੈ, ਆਮ ਲੋਕ ਤਾਂ ਰੋਟੀ ਤੋਂ ਤਰਸ ਰਹੇ ਆ। ਦੇਖੋ ਘਰਾਂ 'ਚ ਬੈਠੇ ਆ, ਲੋਕਡਾਊਨ 'ਚ ਉਹਨਾਂ ਨੂੰ ਬਿਠਾਤਾ ਵਿਚਾਰਿਆਂ ਨੂੰ, ਜਿਵੇਂ ਵੀ ਬੰਦ ਹੋ ਜਾਓ ਕਮਰਿਆਂ 'ਚ। ਅਸੀਂ ਤੁਹਾਨੂੰ ਮੈਂ ਕੱਲ ਦੀ ਗੱਲ ਦੱਸਦਾ ਵੀ ਕੱਲ ਪਟਿਆਲੇ ਕਿਤਾਬਾਂ ਦੇ ਵਿਆਹ ਉੱਥੋਂ ਰੈੱਡ ਜ਼ੋਨ ਏਰੀਆ ਹਟਾ ਦਿੱਤਾ ਗਿਆ, ਤਾਂ ਲੋਕਾਂ ਦਾ ਹਾਲ ਦੇਖਣ ਵਾਲਾ ਸੀ। ਉਹ ਕਹਿੰਦੇ ਸ਼ੁਕਰ ਹੈ ਵੀ ਸਾਨੂੰ ਰੈੱਡ ਜ਼ੋਨ ਏਰੀਆ 'ਚੋਂ ਬਾਹਰ ਕੱਢਤਾ। ਤਾਂ ਫਿਰ ਇਹ ਲੋਕ ਕਿਵੇਂ ਨਿਕਲ ਰਹੇ ਨੇ? ਦੇਖੋ ਜੀ, ਮਿਲੀਆਂ ਭੁਗਤਾਂ ਨੇ ਸਰਕਾਰਾਂ ਦੀਆਂ। ਮੈਨੂੰ ਤਾਂ ਹੁਣ ਮੈਂ ਕਹਿੰਦੀ ਮੇਰੀ ਜ਼ਬਾਨ ਗੰਦੀ ਹੁੰਦੀ ਹੈ ਸਰਕਾਰ ਨੂੰ ਗਲਤ ਕਹਿੰਦੇ ਹੋਏ, ਕਿਉਂਕਿ ਇੰਨੇ ਕੁ ਜ਼ਿਆਦਾ ਰੌਂਗ ਕੰਮ ਨੇ, ਇੰਨੇ ਕੁ ਗਲਤ ਕੰਮ ਸਰਕਾਰਾਂ ਕਰ ਰਹੀਆਂ ਨੇ ਕਿ ਇਹਨਾਂ ਦਾ ਇਹ ਨਹੀਂ ਪਤਾ ਵੀ ਕੱਲ ਨੂੰ ਮੈਨੂੰ ਮਰਵਾ ਦੇਣ ਜੀ। ਮੈਨੂੰ ਖੁਦ ਨੂੰ ਨਹੀਂ ਪਤਾ ਹੈਗਾ, ਕਿਉਂਕਿ ਮੈਂ ਸਰਕਾਰ ਦੇ ਕਰੰਟ ਇਸ਼ੂਜ਼ ਤੇ ਕੰਮ ਕਰਦੀ ਰਹਿੰਦੀ ਹਾਂ। ਹਰੇਕ ਬਿਆਨ ਸਰਕਾਰ ਦੇ ਕਿਸੇ ਨਾ ਕਿਸੇ ਦੇ ਮਤਲਬ ਜਾਂ ਸਰਕਾਰਾਂ ਦੇ ਜਾਂ ਸੱਚ ਦੇ ਖਿਲਾਫ ਜਿਹੜੀ ਮੈਂ ਆਵਾਜ਼ ਆਪਣੀ ਉਠਾਉਂਦੀ ਰਹਿੰਦੀ ਹਾਂ। ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੈਨੂੰ ਕਦੋਂ ਉਡਾ ਦੇਣ ਇਹ ਜੀ। ਕਿਵੇਂ ਦੱਸਦੇ ਆ ਵੀ ਇਹਨਾਂ ਨੇ, ਸਰਕਾਰ ਨੇ ਇੱਕ ਨਵਾਂ ਲਾਅ ਬਣਾਇਆ ਜੀ ਵੀ ਜਿਹੜੇ ਜਰਨਲਿਸਟ ਨੇ ਜਾਂ ਜਿਹੜੇ ਪੱਤਰਕਾਰ ਨੇ, ਉਹਨਾਂ ਤੇ ਇੱਕ ਲਾਅ ਬਣਾਤਾ ਵੀ ਜੇਕਰ ਆ ਹੁਣ ਲਾਕਡਾਊਨ ਦੇ ਚੱਲਦੇ ਆ ਵੀ ਕੋਈ ਭੱਦੀ ਸ਼ਰਦਾਵਲੀ ਇਹਨਾਂ ਨੇ ਮੰਤਰੀਆਂ ਦੇ ਖਿਲਾਫ ਬੋਲੀ ਜਾਂ ਕੁਝ ਕੀਤਾ ਤਾਂ ਇਹਨਾਂ ਤੇ ਪਰਚਾ ਦੇ ਕੇ ਇਹਨਾਂ ਨੂੰ 14 ਦਿਨ ਦੀ ਜੇਲ੍ਹ ਭੇਜ ਦਿਓ ਜੀ। ਪਰਚਾ ਦਰਜ ਵੀ ਕੀਤਾ ਗਿਆ ਪਟਿਆਲੇ ਤੋਂ A1 ਚੈਨਲ ਦੇ, ਯਾਨੀ ਕਿ ਪ੍ਰੀਤ ਰੰਧਾਵਾ ਦੇ ਪਰਚਾ ਦਰਜ ਕੀਤਾ ਕਿਉਂਕਿ ਉਹਨੇ ਸ਼ਰਾਬ ਤਸਕਰਾਂ ਦਾ ਭੰਡਾ ਫੋੜ ਕੀਤਾ ਸੀ। ਉਹ ਲੰਗਰ ਦੀ ਆਦ ਵਿੱਚ ਸ਼ਰਾਬ ਵੇਚ ਰਹੇ ਸੀ। ਤੇ ਤੁਸੀਂ ਇਹ ਵੀ ਕਹਿਣਾ ਚਾਹੁੰਦੇ ਹੋ ਵੀ ਤੁਹਾਨੂੰ ਜਿਹੜੀ ਆਪਣਾ ਪੰਜਾਬ ਸਰਕਾਰ ਹੈ ਉਹ ਤੁਹਾਨੂੰ ਵੀ ਮਰਵਾ ਸਕਦੀ ਹੈ? ਦੇਖੋ ਮਰਵਾ ਹੀ ਸਕਦੀ ਹੈ ਜੀ, ਕਿਸੇ ਨੂੰ ਵੀ ਮਰਵਾ। ਇਹਨਾਂ ਦੇ ਤਾਂ ਗੁੰਡਾ ਰਾਜ ਆ ਜੀ ਇਹ। ਮੈਂ ਤਾਂ ਸ਼ਰੇਆਮ ਕਹਿ ਰਹੀ ਹਾਂ ਵੀ ਇਹਨਾਂ ਦਾ ਗੁੰਡਾ ਰਾਜ ਆ। ਅਰੇ ਆਪਣਾ ਰਾਜ ਕਰ ਰਹੇ ਨੇ ਕੈਪਟਨ ਸਾਹਿਬ ਨੂੰ। ਜਸਲੀਨ ਜੀ, ਤੁਸੀਂ ਬਹੁਤ ਵੱਡੀ ਤੋਮਤ ਲਗਾ ਰਹੇ ਹੋ ਗੁੰਡਾ ਕਹਿ ਕੇ ਪੰਜਾਬ ਸਰਕਾਰ ਨੂੰ। ਨਹੀਂ, ਬਿਲਕੁਲ ਮੈਂ ਤਾਂ ਸਹੀ ਕਹਿ ਰਹੀ ਹਾਂ ਜੀ, ਕਿਉਂਕਿ ਇਹ ਅੱਗੇ ਤਾਂ ਫਿਲਮਾਂ 'ਚ ਹੁੰਦੀਆਂ ਸੀ ਇਹ ਸਿਆਸਤਬਾਜ਼ੀ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ ਨਾ। ਅੱਗੇ ਪਿਛਲੇ ਟਾਈਮ 'ਚ ਮੂਵੀਆਂ 'ਚ ਦੇਖਿਆ ਹੁੰਦੀ, ਪਰ ਅੱਜ ਦਾ ਸ਼ੋਅ ਤਾਂ ਲਾਈਵ ਚੱਲ ਰਿਹਾ ਜੀ, ਲਾਈਵ ਚੱਲ ਰਿਹਾ ਸ਼ੋਅ ਜੀ। ਜਸਲੀਨ ਜੀ, ਜੇ ਹੁਣ ਲਾਈਵ ਦੀ ਗੱਲ ਚੱਲੀ ਹੈ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਕਾਂਗਰਸ ਦੇ ਸ਼ਰਾਬਬੰਦੀ ਦੇ ਫੈਸਲੇ ਤੋਂ ਬਾਅਦ ਕਈ ਮੰਤਰੀ ਜਿਹੜੇ ਕਿ ਓਪੋਜ਼ਿਟ ਹੋ ਗਏ, ਯਾਨੀ ਕਿ ਉੱਪਰੋਂ ਦਾ ਨਾਲ ਨੇ ਉਹ ਕੈਪਟਨ ਸਾਹਿਬ ਦੇ, ਪਰ ਵਿੱਚੋਂ ਰੋਜ਼ ਹੀ ਸੋਸ਼ਲ ਮੀਡੀਆ ਤੇ ਯਾਨੀ ਕਿ ਉਹਨਾਂ ਦੇ ਬਿਆਨ ਦਰਜ ਹੋ ਰਹੇ ਆ। ਚਰਨਜੀਤ ਚੰਨੀ ਹੋਣ ਜਾਂ ਕੋਈ ਵੀ ਯਾਨੀ ਕਿ ਇਹਨਾਂ ਦੇ ਜਿਹੜੇ ਕੈਬਨਿਟ ਮੰਤਰੀ ਹੈ,
ਉਹ ਵਿੱਚੋਂ ਜਿਹੜੇ ਹੈ ਉਹ ਅਗੇਂਸਟ ਹੋ ਚੁੱਕੇ ਨੇ ਕਿ ਇਹੀ ਕਾਰਨ ਹੈ ਵੀ ਜਿਹੜਾ ਨਜਾਇਜ਼ ਸ਼ਰਾਬ ਵਿਕ ਰਹੀ ਹੈ, ਜਿਹੜਾ ਜ਼ਹਿਰ ਵਿਕ ਰਿਹਾ ਹੈ। ਬਿਲਕੁਲ ਬਿਲਕੁਲ ਇਹੀ ਹੈ ਜੀ। ਦੇਖੋ ਪਿਛਲੀ ਦਿਨੀ ਤੁਸੀਂ ਦੇਖਿਆ ਬੀਬੀ ਹਰਸਿਮਰਤ ਕੌਰ ਨੇ ਇਹਦੇ ਕੈਪਟਨ ਤੇ ਆਰੋਪ ਲਾਤਾ ਵੀ ਇੰਨੇ 900 ਕਰੋੜ ਜੀ, ਫਲਾਣਾ ਜੀ, ਢਿਮਕਾ ਜੀ, ਇੰਨੇ ਕਹਤਾ ਇਹਨੇ ਪੱਲਾ ਝਾੜਤਾ, ਕਹਿੰਦਾ ਭਾਈ ਹੈ ਹੀ ਨਹੀਂਗਾ, ਹਨਾ। ਪਤਾ ਨਹੀਂ, ਮੈਂ ਇੱਕ ਗੱਲ ਸੋਚਦੀ ਹਾਂ ਵੀ ਲਾਹਣਤ ਆ ਸਾਡੀ ਸਰਕਾਰ ਤੇ, ਮੈਂ ਲਾਹਣਤ ਕਹਿੰਦੀ ਆ ਕੈਪਟਨ ਸਾਹਿਬ ਤੇ, ਜਿਨ੍ਹਾਂ ਨੂੰ 3 ਸਾਲ ਹੋ ਗਏ ਸਰਕਾਰ ਚਲਾਉਂਦਿਆਂ ਨੂੰ, ਜੇ ਉਹਨਾਂ ਨੂੰ 2 ਮਹੀਨੇ ਲੋਕਾਂ ਨੂੰ ਘਰੇ ਬਿਠਾ ਕੇ ਰੋਟੀ ਨਾ ਦਿੱਤੀ ਗਈ, ਲਾਹਣਤ ਹੈ ਜੇ ਸੀਐਮ ਬਣਨ ਤੇ। ਜਸਲੀਨ ਜੀ, ਤੁਸੀਂ ਬੜੇ ਵੱਡੇ ਸਵਾਲ ਖੜੇ ਕਰਤੇ ਨੇ, ਕਿਉਂਕਿ ਤੁਹਾਡੇ ਜਵਾਬਾਂ ਤੋਂ ਤਾਂ ਐ ਵੀ ਪ੍ਰਤੀਤ ਹੋ ਰਿਹਾ ਵੀ ਜਿਹੜਾ ਬੰਦਾ ਕੋਈ ਘਰ ਦੇ ਵਿੱਚ ਥੋੜੀ ਬਹੁਤੀ ਸ਼ਰਾਬ ਵੇਚਦਾ ਹੈ ਜਾਂ ਬਣਾਉਂਦਾ ਹੈ ਨਕਲੀ ਸ਼ਰਾਬ, ਆਪਣਾ ਪਰਿਵਾਰ ਦਾ ਯਾਨੀ ਕਿ ਪੇਟ ਦਾ ਗੁਜ਼ਾਰਾ ਚਲਾਉਂਦਾ ਉਹ, ਤੇ ਜਾਂ ਕੋਈ ਬੰਦਾ 5 ਕਿਲੋ ਭੁੱਕੀ ਲੈ ਕੇ ਜਾ ਰਿਹਾ, ਉਹ ਤਾਂ ਫੜਿਆ ਜਾਂਦਾ। ਫਿਰ ਐਡੇ ਵੱਡੇ ਜਿਹੜੇ ਯਾਨੀ ਕਿ ਸ਼ਰਾਬ ਤਸਕਰ ਕਿਉਂ ਨਹੀਂ ਫੜੇ ਜਾ ਰਹੇ? ਦੇਖੋ ਸਭ ਮਿਲੀ ਭੁਗਤ ਹੁੰਦਾ ਜੀ। ਦੇਖੋ ਸ਼ਰਾਬ ਦੀ, ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਨਾ ਵੀ ਸ਼ਰਾਬ ਦੀ ਫੈਕਟਰੀ ਅੱਜ ਤਾਂ ਨਹੀਂ ਲੱਗੀ ਸੀ, ਕੱਲ ਨਹੀਂ ਸੀ ਲੱਗੀ, 2 ਦਿਨ ਪਹਿਲਾਂ ਨਹੀਂ ਸੀ ਲਾਈ ਗਈ, ਉਹਨੂੰ ਲਾਉਣ ਨੂੰ ਵੀ ਘੱਟੋ ਘੱਟ 10 ਦਿਨ ਦਾ ਟਾਈਮ ਲੱਗ ਗਿਆ ਹੋਣਾ ਨਾ। ਤਾਂ ਪੁਲਿਸ ਕੀ ਕਰ ਰਹੀ ਸੀ ਉੱਥੇ? ਉਹੀ ਤਾਂ ਸਵਾਲ ਤਾਂ ਇਹੀ ਹੈ ਜੀ ਮੇਨ ਤਾਂ, ਵੀ ਸਰਕਾਰਾਂ ਜਾਂ ਪ੍ਰਸ਼ਾਸਨ ਕੀ ਕਰ ਰਿਹਾ ਸੀ, ਕਿਉਂਕਿ ਇਹਨਾਂ ਦੀ ਸਭ ਮਿਲੀ ਭੁਗਤ ਨਾਲ ਹੋ ਰਿਹਾ। ਇੱਕ ਪਾਸੇ ਸਰਕਾਰ ਨੇ ਕੱਲ ਠੇਕੇ ਖੋਲੇ ਨੇ ਹਨਾ, ਤੇ ਅੱਜ ਸ਼ਰਾਬ ਦੀ ਫੈਕਟਰੀ ਫੜੀ ਜਾ ਰਹੀ ਆ ਜੀ। ਦੇਖੋ ਦੋਨੇ ਕੁਐਸਚਨ ਮੈਚ ਨਹੀਂ ਹੋ ਰਹੇ ਆਪਸ ਚ ਨਾ, ਵੀ ਇੱਕ ਪਾਸੇ ਫੈਕਟਰੀ ਫੜੀ ਜਾਣਾ, ਇੱਕ ਪਾਸੇ ਠੇਕੇ ਖੋਲੇ ਜਾਣੇ। ਯਾਨੀ ਜਸਲੀਨ ਜੀ, ਤੁਹਾਡੇ ਕਹਿਣ ਦਾ ਯਾਨੀ ਕਿ ਸਾਰਾਂਸ਼ ਇਹੀ ਹੈ ਵੀ ਜਿਹੜਾ ਕੁਝ ਇਹ ਸ਼ਰਾਬ ਨਕਲੀ ਵਿਕ ਰਹੀ ਹੈ, ਲੋਕ ਯਾਨੀ ਕਿ ਇਹਦਾ ਮਰ ਵੀ ਸਕਦੇ, ਕਿਉਂਕਿ 50-100 ਗੱਡੀਆਂ ਰੋਜ਼ ਉੱਥੋਂ ਨਿਕਲ ਰਹੀਆਂ, ਤਾਂ ਰਾਜਪੁਰਾ ਜਿਹੜਾ ਪੰਜਾਬ ਦੇ ਯਾਨੀ ਵਿਚਕਾਰ ਹੈ, ਚੰਡੀਗੜ੍ਹ ਨੂੰ ਵੀ ਜਾਂਦਾ, ਲੁਧਿਆਣਾ ਅੰਮ੍ਰਿਤਸਰ ਨੂੰ ਵੀ, ਉੱਧਰ ਗੱਲ ਕਰਕੇ ਹਰਿਆਣਾ 'ਚ ਵੀ ਜਾਂਦਾ, ਚਲੋ ਹਰਿਆਣਾ ਛੱਡ ਦਿਓ, ਇੱਧਰ ਪਟਿਆਲਾ ਬਠਿੰਡਾ ਵੀ ਜਾਂਦਾ, ਤਾਂ ਜ਼ਾਹਿਰ ਹੈ ਕਿ ਜਿਹੜੇ ਵਿਅਕਤੀ ਨੂੰ ਪੀਣਗੇ, ਕਿੰਨੀਆਂ ਆਪਾਂ ਨੂੰ ਕੀ ਪਤਾ ਹੁਣ ਕਿੰਨੀਆਂ ਪੇਟੀਆਂ ਨਿਕਲ ਗਈਆਂ, ਕਿੰਨਿਆਂ ਦੀ ਮੌਤ ਹੋਏਗੀ, ਹੋ ਸਕਦਾ ਇਹ ਵੀ ਕੋਈ ਰਿਜ਼ਲਟ ਮਾੜਾ ਆ ਸਕਦਾ ਹਨਾ। ਠੀਕ ਹੈ, ਤੇ ਉਸ ਦੇ ਉੱਪਰ ਹੀ ਆਪਾਂ ਤੁਹਾਨੂੰ ਲੈਂਦੇ ਆ ਵੀ ਤੁਸੀਂ ਕਹਿਣਾ ਚਾਹੁੰਦੇ ਵੀ ਜਿਹੜੇ ਹਰਦਿਆਲ ਸਿੰਘ ਕੰਬੋਜ ਉੱਥੋਂ ਦੇ MLA ਨੇ, ਜਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਕੈਪਟਨ ਸਰਕਾਰ ਦੀ, ਉਹਦੇ ਜਿਹੜੇ ਮੰਤਰੀ, ਤੁਸੀਂ ਸਿੱਧਾ ਇਹ ਕਹਿਣਾ ਵੀ ਮਿਲੇ ਹੋਏ ਨੇ ਵੀ ਆਪ ਕੋ ਵਿਕਵਾ ਰਹੇ ਸ਼ਰਾਬ? ਬਿਲਕੁਲ। ਦੇਖੋ MLA ਸੁੱਤਾ ਪਿਆ ਸੀਗਾ, ਜੇ ਸ਼ਰਾਬ ਦੀ ਫੈਕਟਰੀ ਲੱਗੀ ਹੋਈ ਆ ਉੱਥੇ ਹਨਾ, ਤਾਂ MLA ਨੂੰ ਪਤਾ ਹੀ ਨਹੀਂ ਹੈਗਾ। ਸਭ ਕੁਝ ਮਿਲੀਆਂ ਭੁਗਤਾਂ ਨਾਲ ਹੁੰਦਾ ਜੀ, ਇਹ ਸਭ ਕੁਝ ਇਹ ਸਿਆਸਤ, ਇਹ ਪਲੈਨਿੰਗਸ ਕਰਦੇ ਨੇ ਬੈਠ ਕੇ ਜੀ। ਪਲਾਨਿੰਗਸ ਤੋਂ ਤੁਹਾਡਾ ਕੀ ਮਤਲਬ ਹੈ? ਵੀ ਕਿਵੇਂ ਅਸੀਂ ਸ਼ਰਾਬ ਵੇਚਣੀ ਆ, ਫਿਰ ਅਸੀਂ ਸ਼ਰਾਬ ਦੀ ਫੈਕਟਰੀ ਫੜੀ ਜਾਊਗੀ, ਇਹਨਾਂ ਦੇ। ਇਹ ਦੇਖੋ ਪੰਜਾਬ ਪੁਲਿਸ ਦੇ ਮੁਲਾਜ਼ਮ ਕਿਹਦੇ ਨੇ? ਨਹੀਂ, ਪਰ ਜੇ ਉਹਨਾਂ ਨੇ ਜੇ ਸ਼ਰਾਬ ਨਾ ਫੜਵਾਣੀ ਹੁੰਦੀ ਤਾਂ ਕਾਂਗਰਸ ਦੀ ਯਾਨੀ ਕਿ ਉਹਦੇ ਵਿੱਚ ਸਰਪੰਚ ਦਾ ਨਾਮ ਆ ਰਿਹਾ, ਤੇ ਯਾਨੀ ਕਿ ਕਾਂਗਰਸ ਦੇ ਮੌਜੂਦਾ ਸਰਪੰਚ ਹੈ, ਫਿਰ ਕਿਉਂ ਫੜਾਉਂਦੇ ਹੋ? ਨਹੀਂ, ਉਦੋਂ ਮੰਨੂਗੀ ਨਾ ਜਿੱਦੇ ਸਰਪੰਚ ਨੂੰ ਫੜ ਕੇ ਅੰਦਰ ਦੇਣਗੇ। ਨਹੀਂ, ਉਹਦਾ ਪਰਚੇ ਨਾਮ ਆਈ ਗਿਆ ਨਾ ਉਹਦਾ। ਕੀ ਨਹੀਂ ਹੁੰਦਾ ਜੀ? ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਸਾਹਿਬ ਜੀ? ਕਿਹੜੀਆਂ ਗੱਲਾਂ ਕਰਦੇ ਹੋ? ਕਿਹੜੇ ਪਰਚੇ? ਕੀ ਨਹੀਂ ਹੁੰਦਾ? ਇਹ ਗੈਂਗਸਟਰਾਂ ਤੱਕ ਨੂੰ ਭਜਾ ਦਿੰਦੇ ਨੇ ਜੀ, ਸਭ ਕੁਝ ਕਰਦੇ ਨੇ। ਕੀ ਨਹੀਂ ਕਰਦੀਆਂ ਸਰਕਾਰਾਂ? ਅਸੀਂ ਨਿਊਜ਼ ਤੇ ਸੁਣਦੇ ਆ, ਇਹ ਤਾਂ ਸਾਨੂੰ ਬੇਵਕੂਫ ਬਣਾਇਆ ਜਾਂਦਾ, ਅਸੀਂ ਬੇਵਕੂਫ ਬਣ ਰਹੇ ਹਾਂ ਜੀ। ਸੋ ਜਸਲੀਨ ਜੀ, ਤੁਸੀਂ ਤਾਂ ਬਹੁਤ ਵੱਡੇ ਆਰੋਪ ਲਾਤੇ, ਸਿੱਧਾ ਨਾਮ ਲੈ ਰਹੇ ਹੋ MLA ਦੇ। ਤੁਸੀਂ ਪਹਿਲਾਂ ਦੇਖਿਆ ਉੱਥੇ ਦਾ ਕੀ ਮਾਹੌਲ ਸੀ? ਉੱਥੇ ਦਾ ਪੁਲਿਸ ਨੇ ਯਾਨੀ ਪੂਰਾ ਆਪਣਾ ਸਖਤੀ ਕੀਤੀ ਹੋਈ ਹੈ, ਤੇ ਉੱਥੋਂ ਯਾਨੀ ਕਿ ਜਿਹੜਾ ਵਿਅਕਤੀ ਪ੍ਰਵਾਸੀ ਮਜ਼ਦੂਰ ਨੂੰ ਵੀ ਗ੍ਰਿਫਤਾਰ ਕੀਤਾ। ਸ਼ਰਾਬ ਅਸੀਂ ਮੰਨਦੇ ਆ, ਪਹਿਲਾਂ ਦੇਖੋ ਤੁਸੀਂ ਸ਼ਰਾਬ ਦੀ ਤਸਵੀਰਾਂ। ਸੋਇਨ ਜਸਲੀਨ ਪਟਿਆਲਾ ਜੀ, ਜਿਨ੍ਹਾਂ ਨੇ ਆਪਣੇ ਨਿੱਜੀ ਵਿਚਾਰ ਰੱਖੇ, ਸ਼ਰਾਬ ਜਿਹੜੀ ਨਜਾਇਜ਼ ਵਿਕ ਰਹੀ ਹੈ, ਜਿਹੜੀ ਘਰਾਂ 'ਚ ਪਹੁੰਚ ਰਹੀ ਹੈ, ਤੇ ਇਹਨਾਂ ਦਾ ਸਾਫ਼ ਕਹਿਣਾ ਹੈ ਵੀ ਜਿਹੜੇ ਵੱਡੇ ਮੰਤਰੀ ਹੈ ਉਹ ਵਿਕਵਾ ਰਹੇ ਨੇ ਸ਼ਰਾਬ, ਕਿਉਂਕਿ ਉਹਨਾਂ ਦੇ ਘਰ ਚੱਲਦੇ ਨੇ। ਸਾਫ਼ ਕਹਿਣਾ। ਅਤੇ ਇਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਕਿ ਮੈਨੂੰ ਵੀ ਮਰਵਾ ਸਕਦੇ ਨੇ, ਕਿਉਂਕਿ ਇਹ ਕਹਿੰਦੇ, ਇਹਨਾਂ ਦਾ ਸਾਫ਼ ਕਹਿਣਾ ਹੈ ਵੀ ਮੈਂ ਜਦੋਂ ਸੋਸ਼ਲ ਮੀਡੀਆ ਲਾਈਵ ਹੁੰਦੀ ਹਾਂ, ਤਾਂ ਮੈਂ ਜਿਹੜੀ ਪੰਜਾਬ ਸਰਕਾਰ ਹੈ ਜਦੋਂ ਵੀ ਉਹ ਗਲਤ ਕਦਮ ਚੁੱਕਦੀ ਹੈ ਤਾਂ ਮੈਂ ਉਸਦੇ ਖਿਲਾਫ ਬੋਲਦੀ ਹਾਂ, ਅਤੇ ਮੈਨੂੰ ਹੁਣ ਡਰ ਲੱਗਦਾ ਬਾਹਰ ਨਿਕਲਦੇ ਹੋਏ। ਅਤੇ ਜਿਹੜਾ ਮੈਂ ਤੁਹਾਨੂੰ ਦੱਸਾਂ ਵੀ ਅਜਿਹੀਆਂ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਜਾਲੀ ਫੜੀਆਂ ਜਾ ਰਹੀਆਂ, ਇਹ ਜਿਵੇਂ ਜਸਲੀਨ ਜੀ ਨੇ ਕਿਹਾ, ਤਾਂ ਇਹ ਜ਼ਰੂਰ ਸਰਕਾਰ, ਜਿਹੜੀ ਪੰਜਾਬ ਦੀ ਸਰਕਾਰ ਹੈ ਮੌਜੂਦਾ, ਅਤੇ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਸੀ, ਇਹਨਾਂ ਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ। ਸੋ ਦੋਸਤੋ, ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਨਾ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਅਪਡੇਟ ਲਈ ਜੁੜੇ ਰਹੋ A1 ਪੰਜਾਬੀ TV ਨਾਲ, ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ,
ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।